वै तू 6 फुट 2 ते मैं 5 फुट 11 वे नाल तेरे जुड़ गईयां दिल दियां तारां वे उंज ओ किसे नू भी हैलो नहीं कहंदे पर भाभी वाली छेड़ पाई मैनू तेरे यारां मैनू साडे ए संयोग किथे होने लगदे नाल खड़के तां देखी किन्ने सोहणे लगदे आपां दोनों जाने इकट्ठे किन्ने सोहणे लगदे वे नाल खड़के तां देखी किन्ने सोहणे लगदे। ਇੰਨਾ ਰੋਮੈਂਟਿਕ ਲਿਖਣ ਵਾਲੇ ਨਾਲ ਇਹ ਕੀ ਹੋ ਗਿਆ, ਜਾਂ ਇਉਂ ਕਹਿ ਲਈਏ ਕਿ ਉਸਨੇ ਕੀ ਕਰਵਾ ਲਿਆ ਆਪਣੇ ਆਪ ਨਾਲ। ਆਓ ਵਿਚਲੀ ਗੱਲ ਸੁਣੀਏ। ਬਹੁਤਿਆਂ ਦੀ ਹੇਠ ਦਾ ਉਹ ਹਿੱਸਾ ਬਣਿਆ ਦੇਖ ਕੇ ਤਰੱਕੀ ਜਰੀ ਜਾਵੇ ਨਾ ਐਵੇਂ ਸਾਲੇ ਖਾਂਦੇ ਰਹਿੰਦੇ ਖਾਦੀ ਜੀ ਤੋਂ ਪਰ ਨਹੀਂ ਹੁੰਦਾ ਉਹ ਸੜਦੇ ਮੇਰੇ ਤੋਂ ਕਈ ਸਿੱਧੇ ਮੱਥੇ ਹੁੰਦਾ ਨਹੀਂ ਉਹ ਤਾਈਓ ਮੈਥੋਂ ਸੜਦੇ ਆ ਲੋਕ ਸੋਹਣੀਏ ਤਾਈਓ ਮੈਥੋਂ ਸੜ। ਨਰਿੰਦਰ ਸਿੰਘ ਕਪੂਰ ਨੇ ਕਿਤੇ ਲਿਖਿਆ ਹੈ ਕਿ ਡਾਕਟਰ ਨੂੰ ਡਾਕਟਰ ਤੋਂ ਸਾੜਾ ਹੁੰਦਾ, ਵਕੀਲ ਨੂੰ ਵਕੀਲ ਤੋਂ ਸਾੜਾ ਹੁੰਦਾ ਅਤੇ ਦੁਕਾਨਦਾਰ ਨੂੰ ਦੁਕਾਨਦਾਰ ਤੋਂ। ਗੱਲ ਠੀਕ ਹੀ ਲੱਗੀ। ਇਹ ਆਪਾਂ ਜ਼ਿੰਦਗੀ 'ਚ ਵੇਖਦੇ ਵੀ ਹਾਂ। ਇਵੇਂ ਹੀ ਹੋਰ ਸੋਚੀਏ ਤਾਂ ਗਾਇਕ ਨੂੰ ਗਾਇਕ ਤੋਂ ਸਾੜਾ ਹੋਵੇਗਾ, ਗੈਂਗਸਟਰ ਨੂੰ ਗੈਂਗਸਟਰ ਤੋਂ, ਰਾਗੀ ਨੂੰ ਰਾਗੀ ਤੋਂ। ਇੱਕ ਰਾਗੀ ਸੋਚਦਾ ਹੈ ਕਿ ਯਾਰ ਮੇਰੀ ਡਿਊਟੀ ਤਾਂ ਲੋਕਲ ਗੁਰਦੁਆਰੇ ਲੱਗੀ ਹੋਈ ਹੈ, ਪਰ ਮੇਰੇ ਨਾਲ ਦਾ ਅੰਮ੍ਰਿਤਸਰ ਹਰਿਮੰਦਰ ਸਾਹਿਬ 'ਚ ਕੀਰਤਨ ਕਰਦਾ। ਕਪੂਰ ਸਾਹਿਬ ਅਤੇ ਮੂਸੇਵਾਲੇ ਨੇ ਇਹ ਗੱਲ ਇੰਨਾ ਕਹਿ ਕੇ ਹੀ ਮੁਕਾ ਦਿੱਤੀ ਹੈ। ਚਲੋ ਥੋੜ੍ਹਾ ਡੂੰਘਾ ਸੋਚਦੇ ਹਾਂ ਕਿ ਅਜਿਹਾ ਹੁੰਦਾ ਕਿਉਂ ਹੈ। ਡਾਕਟਰ ਨੂੰ ਡਾਕਟਰ ਤੋਂ ਸਾੜਾ ਕਿਉਂ ਹੁੰਦਾ ਹੈ? ਕਿਉਂਕਿ ਉਹ ਦੋਵੇਂ ਡਾਕਟਰ ਹਨ, ਯਾਨੀ ਕਿ ਕਿਸੇ ਚੀਜ਼ ਦੀ ਸਾਂਝ ਹੋਣ 'ਤੇ ਹੀ ਸਾਡੇ ਵਿੱਚ ਦੂਜੇ ਬਾਰੇ ਜਾਂ ਦੂਜੇ ਵਿੱਚ ਸਾਡੇ ਬਾਰੇ ਸਾੜਾ ਪੈਦਾ ਹੁੰਦਾ ਹੈ। ਪਰ ਕੁਝ ਕੁ ਲੋਕਾਂ ਦੀ ਸਿਆਣਪ ਦੀ ਹਾਲਤ ਇਹ ਹੈ ਕਿ ਸਾੜਾ ਹੋਣ 'ਤੇ ਉਹ ਸਗੋਂ ਇਹ ਕਹਿੰਦੇ ਨੇ ਕਿ ਸਾੜਨਾ ਰੀਸ ਕਰ। ਹੱਦ ਹੋ ਗਈ ਭਲਿਓ ਲੋਕੋ, ਇਹ ਰੀਸ ਹੀ ਤਾਂ ਕੀਤੀ ਸੀ, ਤਾਂ ਮੈਂ ਵੀ ਉਹੀ ਬਣ ਗਿਆ ਜਿਸ ਦੀ ਰੀਸ ਕੀਤੀ ਸੀ, ਅਤੇ ਫਿਰ ਉਸੇ ਸਾਂਝ ਕਰਕੇ ਤਾਂ ਹੁਣ ਸਾੜਾ ਹੋਇਆ ਹੈ। ਸਗੋਂ ਕਹਿਣਾ ਤਾਂ ਇਉਂ ਚਾਹੀਦਾ ਹੈ ਕਿ ਜੇ ਸੜਦਾ ਏ ਤਾਂ ਰੀਸ ਨਾ ਕਰ ਅਤੇ ਆਪਣਾ ਕੋਈ ਵੱਖਰਾ ਰਸਤਾ ਚੁਣ। ਪਰ ਆਪਾਂ ਕਿਸੇ ਦੋ ਚੀਜ਼ਾਂ ਵਿੱਚ ਕੋਈ ਸਾਂਝ ਨਾ ਹੋਣ ਉੱਤੇ ਵੀ ਕੋਈ ਨਾ ਕੋਈ ਸਾਂਝੀ ਗੱਲ ਕੱਢ ਹੀ ਲੈਂਦੇ ਹਾਂ। ਪੰਜਾਬੀਆਂ ਦੀ ਲੋਕ ਸਿਆਣਪ ਵੀ ਹਾਲੇ ਇਸ ਪੱਧਰ ਤੋਂ ਅੱਗੇ ਨਹੀਂ ਜਾ ਸਕੀ। ਤਾਂ ਹੀ ਲੋਕ ਅੱਜ ਵੀ ਕਹਿੰਦੇ ਨੇ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਮਿਲਿਆ ਨਾ ਲਿੱਦ ਚੁੱਕਣੀ ਪਈ। ਚਾਹੀਦਾ ਤਾਂ ਇਹ ਸੀ ਕਿ ਅਸੀਂ ਮੱਝ ਨੂੰ ਮੱਝ ਦੇ ਗੁਣਾਂ ਰਾਹੀਂ ਪਰਖਦੇ, ਘੋੜੀ ਨੂੰ ਘੋੜੀ ਦੇ ਗੁਣਾਂ ਰਾਹੀਂ ਪਰਖਦੇ। ਪਰ ਆਪਾਂ ਕੀ ਕੀਤਾ ਕਿ ਦੋਹਾਂ ਵਿੱਚ ਇੱਕ ਸਾਂਝ ਕੱਢ ਲਈ ਕਿ ਮੱਝ ਦੁੱਧ ਦਿੰਦੀ ਹੈ, ਘੋੜੀ ਨਹੀਂ ਦਿੰਦੀ। ਪਰ ਲੋਕੋ, ਘੋੜੀ ਘੋੜੀ ਹੁੰਦੀ ਹੈ, ਉਹ ਸਵਾਰੀ ਲਈ ਹੁੰਦੀ ਹੈ, ਅਤੇ ਮੱਝ ਮੱਝ ਹੁੰਦੀ ਹੈ, ਉਹ ਦੁੱਧ ਦੇਣ ਲਈ ਹੁੰਦੀ ਹੈ। ਇਸ ਤਰ੍ਹਾਂ ਅਸੀਂ ਦੋ ਅਲੱਗ-ਅਲੱਗ ਚੀਜ਼ਾਂ ਵਿੱਚ ਪਹਿਲਾਂ ਕੋਈ ਸਾਂਝ ਪੈਦਾ ਕਰ ਲੈਂਦੇ ਹਾਂ ਅਤੇ ਫਿਰ ਸੜੀ ਜਾਂਦੇ ਹਾਂ। ਪਿਛਲੇ ਦਿਨੀਂ ਮੇਰਾ ਇੱਕ ਦੋਸਤ ਮਿਲਿਆ। ਉਹ ਸਰਕਾਰੀ ਵਿਭਾਗ ਵਿੱਚ ਕਲਰਕ ਹੈ। ਉਹਨੇ ਜਦੋਂ ਮੇਰੇ ਕੈਰੀਅਰ ਬਾਰੇ ਪੁੱਛਿਆ ਤਾਂ ਮੈਂ ਬੇਵਕੂਫ ਨੇ ਉਸਨੂੰ ਆਪਣੇ ਅਸਿਸਟੈਂਟ ਪ੍ਰੋਫੈਸਰ ਲੱਗ ਜਾਣ ਬਾਰੇ ਦੱਸ ਦਿੱਤਾ। ਫਿਰ ਜਦੋਂ ਉਸਨੇ ਮੈਥੋਂ ਮੇਰੀ ਤਨਖਾਹ ਪੁੱਛੀ ਤਾਂ ਮੈਂ ਅਣਭੋਲਤਾ ਵਿੱਚ ਦੱਸ ਵੀ ਦਿੱਤੀ, ਕਿਉਂਕਿ ਮੇਰੇ ਸਮਝ ਉਦੋਂ ਇੱਥੇ ਤੱਕ ਹੀ ਸੀ ਕਿ ਮੇਰੇ ਉਸ ਦੋਸਤ ਨੂੰ ਮੈਥੋਂ ਕੀ ਸਾੜਾ ਹੋਵੇਗਾ। ਉਹ ਕਲਰਕ, ਮੈਂ ਪ੍ਰੋਫੈਸਰ, ਸਾਂਝ ਹੀ ਕੋਈ ਨਹੀਂ। ਅਤੇ ਨਾ ਹੀ ਉਹਨੇ ਕਦੀ ਪ੍ਰੋਫੈਸਰ ਬਣਨਾ ਚਾਹਿਆ ਸੀ ਕਿ ਬਈ ਆਪਾਂ ਸੋਚੀਏ ਕਿ ਉਹ ਰਹਿ ਗਿਆ ਬਣਨੋਂ ਅਤੇ ਮੈਂ ਬਣ ਗਿਆ। ਪਰ ਉਸਦਾ ਵਤੀਰਾ ਬਦਲ ਗਿਆ ਸੀ। ਉਸਦੇ ਬਦਲੇ ਵਤੀਰੇ ਨੇ ਮੈਨੂੰ ਨਵੀਂ ਅਕਲ ਦਿੱਤੀ। ਉਹ ਅਕਲ ਇਹ ਸੀ ਕਿ ਉਸਨੇ ਅਲੱਗ-ਅਲੱਗ ਨੌਕਰੀ ਹੋਣ ਦੇ ਬਾਵਜੂਦ ਸਾਡੇ ਦੋਹਾਂ ਵਿੱਚ ਤਨਖਾਹ ਦੀ ਸਾਂਝ ਲੱਭ ਲਈ ਸੀ। ਮੇਰੀ ਤਨਖਾਹ ਉਸਦੀ ਤਨਖਾਹ ਤੋਂ ਲਗਭਗ 3 ਗੁਣਾ ਸੀ, ਅਤੇ ਬਸ ਉਸਦਾ ਵਤੀਰਾ ਬਦਲ ਗਿਆ। ਮੈਂ ਇੱਕ ਹੋਰ ਦੋਸਤ ਗੁਆ ਲਿਆ ਹੈ। ਚਲੋ ਇੱਕ ਨਵੀਂ ਅਕਲ ਤਾਂ ਮਿਲੀ ਕਿ ਬਸ ਜੋ ਵੀ ਹੋਵੇ, ਜੇ ਆਪਣੇ ਆਪ ਨੂੰ ਕਿਸੇ ਦੇ ਸਾੜੇ ਤੋਂ ਬਚਾਉਣਾ ਹੈ ਜਾਂ ਆਪ ਕਿਸੇ ਤੋਂ ਨਹੀਂ ਸੜਨਾ, ਤਾਂ ਅਜਿਹਾ ਕੁਝ ਨਹੀਂ ਕਰਨਾ ਜੋ ਦੂਜੇ ਨਾਲ ਮਿਲਦਾ ਹੋਵੇ। ਪਰ ਅਸੀਂ ਅਲੱਗ-ਅਲੱਗ ਚੀਜ਼ਾਂ 'ਚ ਵੀ ਸਾਂਝ ਕੱਢਣੋਂ ਨਹੀਂ ਹਟਦੇ।
ਜੀ ਲੋਕਾਂ ਨਾਲ ਵੀ ਗਾਣੇ ਕੱਢਦੇ ਆ ਤੁਹਾਡੇ ਵੀਆਂ ਦੇ ਬਰਾਬਰ ਮੇਰਾ ਇੱਕੋ ਏ। ਵੈਸੇ ਥੋੜ੍ਹਾ ਹੋਰ ਸੋਚਣ 'ਤੇ ਇੱਕ ਨਵੀਂ ਗੱਲ ਸਾਹਮਣੇ ਆਈ ਕਿ ਤਨਖਾਹ ਦੇ ਵੱਧ ਹੋਣ ਕਾਰਨ ਮੇਰੇ ਦੋਸਤ ਦਾ ਵਤੀਰਾ ਬਦਲਿਆ ਸੀ। ਘੱਟ ਹੋਣ ਕਰਕੇ ਨਹੀਂ, ਫੇਰ ਸ਼ਾਇਦ ਮੈਂ ਸੜਨਾ ਸੀ। ਸੋ ਗੱਲ ਇਹ ਬਣੀ ਕਿ ਸਾਡੇ ਵਿੱਚ ਸਾੜਾ ਉਸ ਪ੍ਰਤੀ ਪੈਦਾ ਹੁੰਦਾ ਹੈ ਜਿਸ ਨੂੰ ਅਸੀਂ ਆਪਣੇ ਤੋਂ ਉੱਤੇ ਮੰਨਦੇ ਹਾਂ, ਅਤੇ ਦੂਜੇ ਵਿੱਚ ਸਾਡੇ ਪ੍ਰਤੀ ਸਾੜਾ ਉਦੋਂ ਪੈਦਾ ਹੁੰਦਾ ਹੈ ਜਦੋਂ ਉਹ ਸਾਨੂੰ ਆਪਣੇ ਆਪ ਤੋਂ ਉੱਪਰ ਮੰਨੇ। ਜੇ ਸ਼ਾਇਦ ਤੁਸੀਂ ਮੇਰੀ ਪਿਛਲੀ ਗੱਲ ਦੁਬਾਰਾ ਧਿਆਨ ਨਾਲ ਸੁਣੋ ਤਾਂ ਮੈਂ 2 ਚੀਜ਼ਾਂ 'ਤੇ ਜ਼ੋਰ ਦਿੱਤਾ ਹੈ। ਪਹਿਲੀ ਗੱਲ, 2 ਬੰਦਿਆਂ ਵਿੱਚ ਸਾੜਾ ਹੋਣਾ ਉਦੋਂ ਹੀ ਮੁਮਕਿਨ ਹੁੰਦਾ ਹੈ ਜਦੋਂ ਦੋਹਾਂ ਦੀ ਸਥਿਤੀ ਇੱਕ ਦੂਜੇ ਤੋਂ ਉੱਪਰ ਥੱਲੇ ਹੋਵੇ। ਦੂਜੀ ਗੱਲ, ਸਾੜਾ ਉਦੋਂ ਹੀ ਹੋਵੇਗਾ ਜਦੋਂ ਅਸੀਂ ਆਪਣੇ ਤੋਂ ਉੱਤੇ ਵਾਲੇ ਨੂੰ ਆਪਣੇ ਤੋਂ ਉੱਤੇ ਮੰਨ ਵੀ ਲਈਏ। ਯਾਨੀ ਕਿ ਗੱਲ ਅਖੀਰ ਆਪਣੇ ਮੈਂਟਲ ਐਟੀਟਿਊਡ 'ਤੇ ਆ ਕੇ ਹੀ ਮੁੱਕਦੀ ਹੈ। ਸਮਾਜ ਵਿੱਚ ਉੱਪਰ ਥੱਲੇ ਵਾਲੀ ਸਥਿਤੀ ਹੋਣ ਦੇ ਬਾਵਜੂਦ ਜੇ ਅਸੀਂ ਉਸ ਸਥਿਤੀ ਨੂੰ ਕਬੂਲ ਹੀ ਨਾ ਕਰੀਏ ਤਾਂ ਸਾੜਾ ਅਸੰਭਵ ਹੈ। ਯਾਨੀ ਕਿ ਸੜਨਾ ਰੀਸ ਕਰਦੀ ਥਾਂ, ਜਿਵੇਂ ਆਪਾਂ ਪਿੱਛੇ ਕਿਹਾ ਸੀ ਕਿ ਜੇ ਸੜਦਾ ਏ ਤਾਂ ਰੀਸ ਨਾ ਕਰ, ਤਾਂ ਹੁਣ ਐਵੇਂ ਵੀ ਕਹਿਣਾ ਬਣਦਾ ਹੈ ਕਿ ਬਾਈ ਜੀ ਜੇ ਮੈਥੋਂ ਸੜਦਾ ਏ ਤਾਂ ਮੈਨੂੰ ਆਪਣੇ ਆਪ ਤੋਂ ਉੱਪਰ ਨਾ ਮੰਨ, ਭਰਾਵਾ ਮੈਂ ਵੀ ਤੇਰੇ ਵਰਗਾ ਹੀ ਹਾਂ। ਅਤੇ ਜੇ ਅਸੀਂ ਆਪ ਕਿਸੇ ਤੋਂ ਸੜਦੇ ਹਾਂ ਤਾਂ ਆਪਣੇ ਮਨ ਨੂੰ ਕਹੀਏ ਕਿ ਮਨਾ, ਜਿਸ ਤੋਂ ਸੜਦਾ ਏ ਉਸ ਨੂੰ ਆਪਣੇ ਆਪ ਤੋਂ ਉੱਪਰ ਨਾ ਮੰਨ, ਮਨਾ ਉਹ ਵੀ ਤੇਰੇ ਵਰਗਾ ਹੀ ਹੈ। ਪਰ ਇਹ ਕਹਿੰਦਾ ਕੌਣ ਹੈ? ਇੱਥੇ ਤਾਂ ਕੋਈ ਜ਼ਰਾ ਜਿਹਾ ਵੀ ਦੂਜੇ ਤੋਂ ਉੱਪਰ ਉੱਠਦਾ ਏ ਤਾਂ ਕਹਿਣ ਲੱਗ ਪੈਂਦਾ ਹੈ ਮੰਨਿਆ ਤਰੱਕੀ ਲੋਕਾਂ ਬਹੁਤ ਕੀਤੀ ਹੋਊ ਪਰ ਇੰਨੀ ਛੇਤੀ ਕੋਈ ਮਹਾਨ ਨਹੀਂ ਹੁੰਦਾ। ਟੱਕਾ ਜ਼ਮਾਨੇ ਦਾ ਪਲਟ ਹੋ ਗਿਆ, ਬਦਲੇ ਨੇ ਦਿੱਤੀਆਂ ਰਵਾਜਾਂ ਮਿੱਠੀਏ। ਕਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ ਨਹੀਂ ਹਾਰਦੀ ਏ। ਕਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ ਨਹੀਂ ਹਾਰ। ਸੋ ਆਪਣੇ ਆਪ ਨੂੰ ਸਾੜੇ ਦਾ ਪਾਤਰ ਤਾਂ ਅਸੀਂ ਖੁਦ ਬਣਾਈ ਜਾਂਦੇ ਹਾਂ। ਚਲੋ ਜੇ ਆਪਾਂ ਇੱਕ ਪਾਸੇ ਕਹਿ ਵੀ ਦਿੰਦੇ ਹਾਂ ਕਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ ਨਹੀਂ ਹਾਰਦੀ ਏ। ਕਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ ਨਹੀਂ ਹਾਰ। ਪਰ ਜਦੋਂ ਇਹੀ ਗੱਲ ਦੂਸਰਾ ਸਾਨੂੰ ਕਹਿੰਦਾ ਹੈ ਕਿ ਕਾਕਾ ਅਸੀਂ ਤੈਨੂੰ ਆਪਣੇ ਲੈਵਲ ਦਾ ਨਹੀਂ ਮੰਨਦੇ, ਤਾਂ ਆਪਣੇ ਮੂੰਹੋਂ ਇਹ ਨਿਕਲ ਜਾਂਦਾ ਹੈ ਸਾਨੂੰ ਨਾਲ ਰਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ। ਸਾਨੂੰ ਨਾਲ ਰਲਾ ਲਓ ਲੱਖ ਭਾਵੇਂ ਥੱਲੇ ਨਹੀਂ ਲੱਗਣਾ। ਯਾਨੀ ਕਿ ਅਸੀਂ ਦੂਸਰੇ ਨੂੰ ਤਾਂ ਆਪਣੇ ਮੁਕਾਬਲੇ ਨਾ ਮੰਨੀਏ, ਪਰ ਸਾਵਧਾਨ, ਦੂਸਰਾ ਸਾਡੇ ਨਾਲ ਨਾ ਐਵੇਂ ਕਰੇ। ਚਲੋ ਇਹ ਤਾਂ ਰਹੀ ਤਰੱਕੀ ਕਰਨ ਵਾਲਿਆਂ ਬਾਰੇ ਗੱਲ ਕਿ ਉਹ ਤਰੱਕੀ ਨਾ ਕਰ ਸਕਣ ਵਾਲਿਆਂ ਤੋਂ ਆਪਣਾ ਬਚਾਅ ਕਿਵੇਂ ਕਰਨ। ਹੁਣ ਤਰੱਕੀ ਨਾ ਕਰਨ ਵਾਲਿਆਂ ਬਾਰੇ ਗੱਲ ਕਰੀਏ। ਹੁਣ ਜੇ ਕਿਸੇ 'ਚ ਸਮਰੱਥਾ ਤਾਂ ਘੱਟ ਹੋਵੇ ਪਰ ਤਰੱਕੀ ਦੀ ਇੱਛਾ ਪੂਰੀ ਹੋਵੇ ਤਾਂ ਤਰੱਕੀ ਕਰਨ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਬੰਦਿਆਂ ਦੀ ਬਾਂਹ ਫੜਨ, ਕਿਉਂ ਜੋ ਇਹ ਅਕਸਰ ਵੇਖਿਆ ਗਿਆ ਹੈ ਕਿ ਜੋ ਤਰੱਕੀ ਕਰ ਲੈਂਦੇ ਹਨ ਉਹਨਾਂ ਨੂੰ ਹੁਣ ਲੈਣ ਦੀ ਥਾਂ ਦੇਣ ਵਿੱਚ ਸਵਾਦ ਆਉਣ ਲੱਗ ਪੈਂਦਾ ਹੈ। ਜਿਵੇਂ ਤੁਹਾਡੇ ਬਣੇ ਸੁਪਨਾ ਸਜਾ ਨਹੀਂ ਹੋ ਸਕਦੇ, ਕਦੇ ਵੀ ਗਰੀਬ ਮੂਹਰੇ ਆ ਨਹੀਂ ਹੋ ਸਕਦੇ। ਲੱਗਦਾ ਏ ਤੁਹਾਨੂੰ ਅਸੀਂ ਸਾਈਕਲਾਂ ਤੇ ਖਿੱਚ ਗਏ ਜਿਹੜੇ ਕਦੇ ਗੱਡੀਆਂ ਚਲਾ ਨਹੀਂ ਹੋ ਸਕਦੇ। ਗੱਲਾਂ ਸਭ ਸੱਚ ਵੀਰੇ, ਜੋ ਜੋ ਤੂੰ ਕੀਤੀਆਂ ਤੂੰ ਤਾਂ ਬਸ ਕੀਤੀਆਂ ਨੇ ਮੇਰੇ ਨਾਲ ਬੀਤੀਆਂ। ਦੇਖ ਮਾੜਾ ਟਾਈਮ ਤੇਰਾ ਦਿਲ ਕਾਹਤੋਂ ਕੱਟਦਾ, ਟਾਈਮ ਨਹੀਂ ਉਹ ਦੌੜ ਆਇਆ ਮੂਸੇ ਵਾਲੇ ਜੱਟ ਦਾ। ਜਦੋਂ ਆਈ ਵਾਰੀ ਤੇਰੀ ਆਪੀ ਅੱਗੇ ਜਾਵੇਂਗਾ, ਜਿਹਨੂੰ ਕਦੇ ਰੱਬ ਅੱਗੇ ਉਹ ਪਿੱਛੇ ਕਦੋਂ ਹਟਦਾ। ਬਦਲਾਂਗੇ ਦੌੜਿਓ ਤੂੰ ਗੱਲ ਕਿਹੜੀ ਕਹੀ ਐ, ਦੇਖਿਆ ਅੱਜ ਗੱਭਰੂ ਨੇ ਧੂੜ ਕੱਢੀ ਪਈ ਐ। ਦੁਨੀਆ ਨੂੰ ਉਂਝ ਤਾਂ ਮੈਂ ਕੱਲਾ ਹੀ ਦਵਾਲਦੀ, ਕਿਸਮਤ ਤੋਂ ਹੋ ਗਏ ਆਪਾਂ ਦੋ ਨਰੇ। ਹਾਲਾਂਕਿ ਇਸ ਵਿੱਚ ਅਪਵਾਦ ਵੀ ਨੇ, ਐਕਸੈਪਸ਼ਨ ਵੀ ਨੇ, ਜਿਵੇਂ ਮਿੰਨਤਾਂ ਤਰਲੇ, ਤੁਸੀਂ ਤਾਂ ਹੁਣ ਵੱਡੇ ਹੋ ਗਏ, ਤੁਹਾਡੀ ਤਾਂ ਹੁਣ ਹਵਾ ਖਰਾਬ ਹੋ ਗਈ।
ਤੁਸੀਂ ਤਾਂ ਹੁਣ ਕਿਸੇ ਨੂੰ ਪੁੱਛਦੇ ਨਹੀਂ। ਮੈਂ ਤਾਂ ਕਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਕਦੇ ਥੀਏਟਰ ਡਿਪਾਰਟਮੈਂਟ ਦੇ ਵਿੱਚ, ਦੇਸ਼ ਭਗਤ ਦੇ ਵਿੱਚ ਕਦੇ ਵੀ ਨਹੀਂ ਕਿਹਾ ਸੀ ਕਿ ਮੈਂ ਅਗਨੀ ਪਰ ਹੱਥ ਰੱਖ ਕੇ ਅੱਜ ਕਹਿ ਰਹਾ ਹੂੰ ਕਿ ਜਿਸ ਦਿਨ ਬੜਾ ਆਦਮੀ ਬਣ ਗਿਆ ਸਭ ਦੀ ਮਦਦ ਕਰੂੰਗਾ। ਮੈਂ ਕਦ ਕਿਹਾ ਸੀ? ਤੂੰ ਮੇਰੇ ਤੋਂ ਕਿੰਨੇ ਸਾਲਾਂ ਬਾਅਦ ਜੰਮਿਆ, ਤੁਸੀਂ ਲਾਂਭਾ ਦੇ ਰਹੇ ਹੋ, ਤਾਂ ਲਾਂਭਾ ਦੇ ਰਿਹਾ, ਤਾਂ ਸ਼ਿਕਾਇਤ ਕਰ ਰਿਹਾ, ਤਾਂ ਇਹੋ ਜਿਹੀ ਗੱਲ ਕਰ ਰਿਹਾ ਕਿਉਂਕਿ ਅੰਦਰ ਲਿਆਕਤ ਨਹੀਂ ਹੈ। ਚਮਤਕਾਰ ਕਹਾਉਂਦੇ ਆ ਕਿ ਇਦਾਂ ਹੀ ਹੋ ਜੇ ਸਾਰਾ ਕੁਝ, ਇਦਾਂ ਹੀ ਹੋ ਜੇ ਸਾਰਾ ਕੁਝ, ਇਦਾਂ ਹੀ ਹੋ ਜੇ ਸਾਰਾ ਕੁਝ। ਮੈਨੂੰ ਕਿਹੜਾ ਪਹਿਲੇ ਦਿਨ ਹੀ ਮਿਲ ਗਈ ਸਾਰੀ ਚੀਜ਼? ਜਿੱਦੇ ਮੈਂ 35 ਸਾਲਾਂ ਦਾ ਸੀ ਉਦੋਂ ਮੈਨੂੰ ਪਹਿਲੀ ਫਿਲਮ ਮਿਲੀ ਸੀ। 35 ਸਾਲਾਂ ਦਾ ਹੋਣ ਤੱਕ ਜਿੱਦੇ ਮੈਂ ਪਹਿਲੀ ਫਿਲਮ ਕੀਤੀ ਸੀ ਉਦੋਂ ਮੇਰੇ ਕੀਤੇ ਹੋਏ ਨਾਟਕਾਂ ਦੀ ਗਿਣਤੀ 65 ਸੀ, 65 ਸੀ। MA ਥੀਏਟਰ ਦੀ ਕਰ ਚੁੱਕਿਆ ਸੀ, 3 ਸਾਲ ਰੇਡੀਓ ਕਰ ਚੁੱਕਿਆ ਸੀ। ਸੋ ਸਟੈਪ ਬਾਈ ਸਟੈਪ। ਹੁਣ ਜੇ ਅਜਿਹੇ ਅਪਵਾਦਾਂ ਨੂੰ ਪਾਸੇ ਰੱਖ ਦਈਏ ਤਾਂ ਅਜਿਹੇ ਬੰਦੇ ਅਕਸਰ ਹੁੰਦੇ ਹੀ ਨੇ ਜੋ ਤਰੱਕੀ ਕਰਨ ਤੋਂ ਬਾਅਦ ਦੂਜਿਆਂ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ। ਪਰ ਜੇ ਅਜਿਹੇ ਬੰਦੇ ਬਾਂਹ ਫੜਨਾ ਵੀ ਚਾਹੁਣ, ਗੋਡਫਾਦਰ ਬਣਨ ਲਈ ਤਿਆਰ ਵੀ ਹੋ ਜਾਣ, ਤਾਂ ਹਰ ਕੋਈ ਆਪਣਾ ਹੱਥ ਵੀ ਨਹੀਂ ਫੜਾਉਂਦਾ। ਕਈ ਲੋਕੀ ਤਾਂ ਇਸੇ ਮਨੋਸਥਿਤੀ ਵਿੱਚ ਵਿਚਰਦੇ ਨੇ ਕਿ ਲੈ ਅਸੀਂ ਕਿਉਂ ਕਿਸੇ ਤੋਂ ਮਦਦ ਲੈ ਕੇ ਛੋਟੇ ਬਣੀਏ, ਅਸੀਂ ਕਿਸੇ ਤੋਂ ਘੱਟ ਹਾਂ। ਅਤੇ ਫਿਰ ਜਦੋਂ ਤਰੱਕੀ ਨਹੀਂ ਹੋ ਪਾਉਂਦੀ ਤਾਂ ਸੁਧਾਰ ਕਰਨ ਦੀ ਥਾਂ ਉਹ ਦੂਜਿਆਂ ਉੱਤੇ ਹੀ ਇਲਜ਼ਾਮ ਲਾਉਣਾ ਅਤੇ ਆਪਣੀ ਅਸਫਲਤਾ ਦੀ ਸਫਾਈ ਦੇਣ ਲੱਗ ਪੈਂਦੇ ਹਨ। ਇੱਕ ਖੇਤਰ ਵਿੱਚ ਸਿਰੇ ਦੀ ਤਰੱਕੀ ਕਰ ਲੈਣ ਵਾਲਾ ਪਰ ਦੂਜੇ ਖੇਤਰ ਵਿੱਚ ਤਰੱਕੀ ਨਾ ਕਰ ਸਕਣ ਵਾਲਾ ਬੰਦਾ ਵੀ ਇਹ ਕਹਿਣ ਉੱਤੇ ਉਤਾਰੂ ਹੋ ਜਾਂਦਾ ਹੈ ਕਿ ਸੋ ਜਦੋਂ ਅਸੀਂ ਨਿਮਰ ਹੋ ਕੇ ਆਪਣਾ ਹੱਥ ਕਿਸੇ ਨੂੰ ਫੜਾ ਦਿੰਦੇ ਹਾਂ ਫਿਰ ਅਸੀਂ ਕਾਮਯਾਬ ਵੀ ਹੋ ਜਾਂਦੇ ਹਾਂ। ਸੋ ਗੱਲ ਦਰਅਸਲ ਇੱਥੇ ਹੀ ਮੁੱਕਦੀ ਹੈ ਕਿ ਸਮਾਜ ਵਿੱਚ ਬਹੁਤ ਹੱਦ ਤੱਕ ਬੰਦਾ ਆਪਣੀ ਤਰੱਕੀ ਦੇ ਹੋਣ ਜਾਂ ਨਾ ਹੋਣ ਲਈ ਆਪ ਹੀ ਜ਼ਿੰਮੇਵਾਰ ਹੈ, ਪਰ ਦੂਜਿਆਂ ਤੋਂ ਸੜਨ ਜਾਂ ਦੂਜਿਆਂ ਨੂੰ ਸੜਾਉਣ ਲਈ ਤਾਂ 100% ਹੀ ਆਪ ਜ਼ਿੰਮੇਵਾਰ ਹੈ। ਵੈਸੇ ਜੋ ਜਲਦੀ ਤਰੱਕੀ ਕਰ ਗਏ ਨੇ ਉਹਨਾਂ ਲਈ ਇੱਕ ਜ਼ਰੂਰੀ ਗੱਲ ਕਿ ਤਰੱਕੀ ਕਰਕੇ ਆਪਣੇ ਪੈਰ ਜ਼ਮੀਨ 'ਤੇ ਹੀ ਰੱਖਣ, ਨਹੀਂ ਤਾਂ ਸ਼ਾਇਰ ਸ਼ਬੀਨਾ ਅਦੀਬ ਜੀ ਨੇ ਕਹਿ ਦੇਣਾ ਹੈ ਕਿ चुकी है पलकें दिलों में उल्फत नई नई है जो खानदानी रईस है वो ये बात है मिजाज रखते हैं नर्म अपना भाई वाह जो खानदानी रईस है वो मिजाज रखते हैं नर्म अपना तुम्हारा लहजा बता रहा है तुम्हारी दौलत नहीं। ਸੋ ਸਾੜੇ ਦਾ ਹੱਲ ਇਹ ਹੋਇਆ ਕਿ ਨਾ ਤਾਂ ਕਿਸੇ ਨੂੰ ਆਪਣੇ ਆਪ ਤੋਂ ਉੱਪਰ ਮੰਨੋ ਅਤੇ ਨਾ ਆਪਣੇ ਆਪ ਨੂੰ ਕਿਸੇ ਤੋਂ ਉੱਪਰ ਮੰਨੋ। ਹੁਣ ਅੰਤਮ ਗੱਲ ਕਿ ਆਖਿਰ ਕਿਸੇ ਤੋਂ ਸੜਨ ਜਾਂ ਕਿਸੇ ਨੂੰ ਸੜਾਉਣ ਦਾ ਆਪਾਂ ਨੂੰ ਵਿਹਲਾ ਟਾਈਮ ਹੀ ਕਿਵੇਂ ਮਿਲਿਆ? ਜੇ ਅਸੀਂ ਆਪਣੇ ਕੰਮ ਵਿੱਚ, ਕਿਰਤ ਵਿੱਚ ਮਸਰੂਫ ਰਹੀਏ ਤਾਂ ਸਾਡੇ ਲਈ ਤਾਂ ਸਗੋਂ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਹੋਣੀ ਚਾਹੀਦੀ ਸੀ। ਪਰ ਸਾਰਿਆਂ ਤੋਂ ਐਵੇਂ ਨਹੀਂ ਹੁੰਦਾ। ਪਰ ਵੇਲ ਤੋੜਨ ਲਈ ਇਕੱਲਾ ਕੰਮ ਹੀ ਨਹੀਂ ਹੁੰਦਾ। ਜੇ ਬੰਦਾ ਪਿਆਰ ਵਿੱਚ ਵੀ ਪੈ ਜੇ ਤਾਂ ਪਿਆਰ ਵੀ ਬਹੁਤੇ ਕੰਮਾਂ ਨਾਲੋਂ ਬਹੁਤਾ ਭਾਰੀ ਕੰਮ ਹੈ। ਪਿਆਰ ਦੌਰਾਨ ਕਿਸੇ ਹੋਰ ਚੀਜ਼ ਜਿਵੇਂ ਸੜਨ ਜਾਂ ਸੜਾਉਣ ਵੱਲ ਧਿਆਨ ਕਿਵੇਂ ਜਾਵੇਗਾ? ਵੈ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ, ਨਾਲ ਤੇਰੇ ਜੁੜ ਗਈਆਂ ਦਿਲ ਦੀਆਂ ਤਾਰਾਂ ਵੇ। ਉਂਝ ਉਹ ਕਿਸੇ ਨੂੰ ਵੀ ਹੈਲੋ ਨਹੀਂਓ ਕਹਿੰਦੇ, ਪਰ ਭਾਬੀ ਵਾਲੀ ਛੇੜ ਪਾਈ ਮੈਨੂੰ ਤੇਰੇ ਯਾਰਾਂ। ਮੈਨੂੰ ਸਾਡੇ ਇਹ ਸੰਜੋਗ ਇਕੱਠੇ ਹੋਣੇ ਲੱਗਦੇ, ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ। ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ, ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ।
ਪਰ ਜ਼ਿਆਦਾ ਤਰੱਕੀ ਕਰਨ ਵਾਲਿਆਂ ਨਾਲ ਅਕਸਰ ਇਹ ਹੁੰਦਾ ਹੈ ਕਿ ਉਹਨਾਂ ਦੇ ਖੇਤਰ ਵਿੱਚ ਉਹਨਾਂ ਦੇ ਉੱਤੇ ਕੋਈ ਨਹੀਂ ਬਚਦਾ, ਪਰ ਹਾਲੇ ਵੀ ਕਿਸੇ ਨੂੰ ਹਰਾਉਣ ਦੀ ਲਾਲਸਾ ਉਹਨਾਂ ਨੂੰ ਟਿਕਣ ਨਹੀਂ ਦਿੰਦੀ ਅਤੇ ਫਿਰ ਉਹ ਦੂਜੇ ਖੇਤਰ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਗਾਇਕੀ ਵਿੱਚ ਸਫਲ ਹੋ ਗਏ ਤਾਂ ਰਾਜਨੀਤੀ ਵਿੱਚ ਆ ਗਏ। ਪਰ ਗੱਲ ਇੱਥੇ ਨਹੀਂ ਮੁੱਕਦੀ। ਇੱਥੇ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਉਹਨਾਂ ਦਾ ਦਿਮਾਗ ਅਖੀਰ ਆਪਣੇ ਤੋਂ ਉੱਤੇ ਕਿਹਨਾਂ ਖੇਤਰਾਂ ਨੂੰ ਮੰਨਦਾ ਹੈ ਅਤੇ ਫਿਰ ਉਹ ਉਹਨਾਂ ਖੇਤਰਾਂ ਵਿੱਚ ਹੀ ਭਾਗ ਲੈਣਗੇ ਜਿਨ੍ਹਾਂ ਨੂੰ ਉਹ ਆਪਣੇ ਪਹਿਲੇ ਕਿੱਤੇ ਤੋਂ ਉੱਪਰ ਸਮਝਦੇ ਨੇ। ਫਰਜ਼ ਕਰੋ ਕਿ ਜੇ ਕੋਈ ਗਾਇਕ ਚੋਟੀ ਦੇ ਸਾਊ ਗਾਇਕਾਂ ਜਿਵੇਂ ਸਤਿੰਦਰ ਸਰਤਾਜ, ਗੁਰਦਾਸ ਮਾਨ ਨੂੰ ਆਪਣਾ ਕੰਪੀਟੀਸ਼ਨ ਮਿੱਥ ਲਵੇ, ਤਾਂ ਵੱਧ ਤੋਂ ਵੱਧ ਸਰਤਾਜ ਵਰਗਾ ਬੰਦਾ ਜੇ ਹਾਰ ਵੀ ਜਾਵੇ ਤਾਂ ਖਿੱਝ ਕੇ ਬੁਲਾਉਣਾ ਹੀ ਛੱਡ ਸਕਦਾ ਨਾ, ਉਸ ਤੋਂ ਵੱਧ ਤਾਂ ਨਹੀਂ। ਪਰ ਕਈ ਵਾਰ ਆਪਾਂ ਆਪਣੇ ਤੋਂ ਉੱਤੇ ਵੱਧ ਚੌਧਰ ਵਾਲੇ ਗੈਂਗਸਟਰਾਂ ਨੂੰ ਮੰਨ ਲੈਂਦੇ ਹਾਂ। ਬਸ ਫਿਰ ਹੁਣ ਆਪਾਂ ਹੀ ਸੋਚੀਏ ਕਿ ਜੇ ਆਪਾਂ ਗੈਂਗਸਟਰਾਂ ਵਾਲੇ ਗੀਤਾਂ ਵਿੱਚ ਚੋਟੀ ਉੱਤੇ ਪਹੁੰਚ ਜਾਈਏ ਤਾਂ ਸੜੂ ਕੌਣ ਬਦਲਾ ਲਊ? ਇੱਥੇ ਸਰਤਾਜ ਵਰਗੇ ਸਾਊ ਕੰਪੀਟੀਟਰ ਨਹੀਂ, ਸਗੋਂ ਖੂੰਖਾਰ ਗੈਂਗਸਟਰ ਖੜ੍ਹੇ ਹੋ ਜਾਂਦੇ ਹਨ। ਹੁਣ ਇਸ ਵਿੱਚ ਦੱਸਣ ਦੀ ਤਾਂ ਲੋੜ ਨਹੀਂ ਕਿ ਚੰਗੇ ਕੰਪੀਟੀਟਰ ਦੀ ਜ਼ਿੰਦਗੀ ਵਿੱਚ ਕਿੰਨੀ ਜ਼ਿਆਦਾ ਮਹੱਤਤਾ ਹੈ, ਕਿਉਂ ਜੋ ਸਾਡੇ ਮਨ ਨੇ ਆਪਣਾ ਮੁਕਾਬਲਾ ਉਹਨਾਂ ਨਾਲ ਹੀ ਮੰਨਣਾ ਹੈ। ਅਤੇ ਇਹ ਗੱਲ ਨਹੀਂ ਕਿ ਅਜਿਹੇ ਲੋਕਾਂ ਨੂੰ ਇਹ ਪਤਾ ਨਹੀਂ ਸੀ, ਉਹ ਤਾਂ ਆਪ ਕਹਿ ਰਹੇ ਸਨ। ਨੇ ਜੋ ਨਾ ਜਾਗਦਾ ਨਾ ਹੋਵੇ ਕੰਪੀਟ ਜਿੰਨਾ ਤੋਂ ਤੈਨੂੰ ਫਰਸਟ੍ਰੇਟ ਹੋ ਕੇ ਮਰਵਾਉਣਾ ਚਾਹੁੰਦੇ ਨੇ। ਜੋ ਨਾ ਜਾਗਦਾ ਨਾ ਹੋਵੇ ਕੰਪੀਟ ਜਿੰਨਾ ਤੋਂ ਤੈਨੂੰ ਫਰਸਟ੍ਰੇਟ ਹੋ ਕੇ ਮਰਵਾਉਣਾ ਚਾਹੁੰਦੇ ਨੇ। ਮੈਨੂੰ ਫਿਕਰ ਰਹਿੰਦੀ ਐ ਤੇਰੀ ਤਾਂ, ਫਿਕਰ ਰਹਿੰਦੀ ਐ ਤੇਰੀ ਤਾਂ, ਮੈਂ ਤਾਂ ਮਰ ਜਾਨੀਆਂ ਵੇ, ਤਾਂ ਮਰ ਜਾਨੀਆਂ ਹਾਏ ਹਾਏ। ਸੋ ਇਹ ਗੱਲ ਜਿੰਨੀ ਛੇਤੀ ਸਮਝ ਜਾਈਏ ਚੰਗਾ ਹੈ, ਨਹੀਂ ਤਾਂ ਇਹ ਨਾ ਹੋਵੇ ਕਿ ਤੁਹਾਡਾ ਕੰਮ, ਤੁਹਾਡੇ ਪਿਆਰ ਜਿਹਨੇ ਤੁਹਾਨੂੰ ਇਸ ਚਿੱਕੜ ਵਿੱਚੋਂ ਕੱਢਣਾ ਸੀ, ਉਹ ਅਧੂਰਾ ਹੀ ਰਹਿ ਜਾਵੇ। ਖੂਨ ਦੇ ਚਿੱਟੇ ਨੇ ਮੂੰਹ ਤੇ ਮੇਰੇ, ਬੁੱਕਲ ਚ ਤੇਰੀ ਲਗਾਉਣਾ ਚਾਹੁੰਦਾ। ਇਹ ਕਾਲੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ, ਮੈਨੂੰ ਸਹੁੰ ਆ ਤੇਰੀ ਮੈਂ ਆਉਣਾ ਚਾਹੁੰਦਾ। ਬੇਇਤਬਾਰ ਕਿਰਦਾਰ ਸੀਗਾ ਮੇਰਾ, ਪਰ ਤੇਰੇ ਉੱਤੇ ਬੜਾ ਇਤਬਾਰ ਹੋ ਗਿਆ। ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ, ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ। ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ, ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ। ਧੰਨਵਾਦ ਜੀ, ਤੁਹਾਡੇ ਕਮੈਂਟਸ ਦੀ ਉਡੀਕ ਰਹੇਗੀ।